ਅਜਿਹਾ ਕੀ ਹੋਇਆ ਮਾਨ ਦੇ ਵਿੱਚ ਕਿ ਇੱਕ ਕੰਪਨੀ ਦਾ ਫੋਰਮੈਨ ਜੈਕਾਰੇ ਲਾਉਂਦਾ ਸੜਕਾਂ ਦੇ ਉੱਤੇ ਆ ਗਿਆ ਅਤੇ ਜਿਸ ਨੂੰ ਦੇਖ ਕੇ ਪੂਰਾ ਮਾਨ ਸ਼ਹਿਰ ਹੈਰਾਨੀ ਦੇ ਵਿੱਚ ਪੈ ਗਿਆ। ਅਜਿਹਾ ਕੀ ਹੋਇਆ ਜਾਣੋ ਇਸ ਵੀਡੀਓ ਦੇ ਵਿੱਚ। ਮਲਕੀਤ ਸਿੰਘ ਜੋ ਕਿ ਅੰਮ੍ਰਿਤਧਾਰੀ ਗੁਰਸਿੱਖ ਹਨ, ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਅਜਿਹਾ ਸੱਚ ਬਿਆਨ ਕੀਤਾ ਜੋ ਆਪ ਸਭ ਦੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਹੈ। ਮਲਕੀਤ ਸਿੰਘ ਦੱਸਦੇ ਨੇ ਕਿ ਉਹ ਪਿਛਲੇ 12 ਸਾਲਾਂ ਤੋਂ ਓਮਾਨ ਦੇ ਵਿੱਚ ਇੱਕ ਕੰਸਟਰਕਸ਼ਨ ਕੰਪਨੀ ਦੇ ਵਿੱਚ ਕੰਮ ਕਰਦੇ ਆ ਰਹੇ ਸੀ ਅਤੇ 20 ਸਾਲ ਪਹਿਲਾਂ ਉਹ ਕੰਪਨੀ ਦੇ ਵਿੱਚ ਫੋਰਮੈਨ ਦੇ ਤੌਰ ਤੇ ਆਏ ਸੀ। ਇੱਥੇ ਕੰਪਨੀ ਦੇ ਵਿੱਚ ਲੰਬਾ ਸਮਾਂ ਕੰਮ ਅਤੇ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਵਧੀਆ ਸੰਬੰਧ ਬਣ ਗਏ ਅਤੇ ਉਹਨਾਂ ਨੂੰ ਇੱਕ ਵੱਡੇ ਅਹੁਦੇ ਦੇ ਨਾਲ ਨਵਾਜਿਆ ਗਿਆ। ਰਹਿਣ ਵਾਸਤੇ ਇੱਕ ਫਲੈਟ ਦਿੱਤਾ ਗਿਆ, ਕੰਮ ਤੇ ਜਾਣ ਦੇ ਲਈ ਇੱਕ ਵੱਖਰੀ ਗੱਡੀ ਦਿੱਤੀ ਗਈ। ਵਧੀਆ ਨੌਕਰੀ ਸੀ, ਤਨਖਾਹ ਵੀ ਵਧੀਆ ਸੀ, ਜ਼ਿੰਦਗੀ ਬਹੁਤ ਵਧੀਆ ਗੁਜ਼ਰ ਰਹੀ ਸੀ। ਪਰਿਵਾਰ ਹਾਲੇ ਪੰਜਾਬ ਦੇ ਵਿੱਚ ਹੀ ਰਹਿ ਰਿਹਾ ਸੀ। ਮਲਕੀਤ ਸਿੰਘ ਨੇ ਦੱਸਿਆ ਕਿ ਇੱਕ ਵਾਰ ਮੈਂ ਛੁੱਟੀ ਲੈ ਕੇ ਭਾਰਤ ਪੰਜਾਬ ਆਪਣੇ ਘਰ ਆਇਆ। ਸਾਰਾ ਕੁਝ ਠੀਕ ਚੱਲ ਰਿਹਾ ਸੀ। ਭਾਰਤ ਪੁੱਜਣ ਦੇ ਕੁਝ ਦਿਨ ਬਾਅਦ ਹੀ ਇੱਕ ਰਾਤ ਸੁੱਤੇ ਹੋਏ ਮੇਰੀ ਬਾਂਹ ਦੇ ਵਿੱਚ ਤੇਜ਼ ਦਰਦ ਹੋਣਾ ਸ਼ੁਰੂ ਹੋ ਗਿਆ। ਅਚਾਨਕ ਅਜਿਹਾ ਕੀ ਹੋ ਗਿਆ ਮੈਨੂੰ ਸਮਝ ਨਾ ਲੱਗੀ, ਪਰ ਲਗਾਤਾਰ ਤੇਜ਼ ਦਰਦ ਹੁੰਦਾ ਰਿਹਾ ਤੇ ਫਿਰ ਮੈਂ ਡਾਕਟਰ ਦੇ ਕੋਲ ਇਲਾਜ ਵਾਸਤੇ ਗਿਆ। ਡਾਕਟਰ ਨੇ ਚੈੱਕ ਕੀਤੇ, ਟੈਸਟ ਵੀ ਕੀਤੇ ਤਾਂ ਪਤਾ ਲੱਗਿਆ ਕਿ ਬਾਂਹ ਦੇ ਵਿੱਚ ਕਿਸੇ ਤਰੀਕੇ ਕਾਰਨ ਜ਼ਹਿਰ ਫੈਲ ਚੁੱਕਿਆ ਸੀ। ਗੱਲ ਸਮਝ ਤੋਂ ਬਾਹਰ ਸੀ ਕਿ ਇਸ ਤਰ੍ਹਾਂ ਕਿਵੇਂ ਜ਼ਹਿਰ ਫੈਲ ਸਕਦਾ ਹੈ। ਨਾ ਕੋਈ ਸੱਟ ਲੱਗੀ ਤੇ ਨਾ ਹੀ ਕੋਈ ਜ਼ਹਿਰੀਲਾ ਜਾਨਵਰ ਕੱਟਿਆ, ਪਰ ਜ਼ਹਿਰ ਹੌਲੀ-ਹੌਲੀ ਫੈਲ ਰਿਹਾ ਸੀ। ਕੁਝ ਦਿਨ ਇਲਾਜ ਚੱਲਿਆ ਪਰ ਜ਼ਹਿਰ ਵਧਣ ਤੋਂ ਰੁਕ ਨਹੀਂ ਰਿਹਾ ਸੀ। ਹੁਣ ਤੱਕ ਮੇਰੀ ਬਾਂਹ ਦੇ ਵਿੱਚ ਬਿਲਕੁਲ ਜਾਨ ਨਹੀਂ ਰਹੀ। ਹੁਣ ਮੇਰੀ ਬਾਂਹ ਹਿਲਦੀ ਤੱਕ ਨਹੀਂ ਸੀ, ਬਸ ਮੇਰੇ ਸਰੀਰ ਦੇ ਨਾਲ ਬੇਜਾਨ ਹੋ ਕੇ ਲਟਕ ਰਹੀ ਸੀ। ਡਾਕਟਰਾਂ ਨੇ ਆਪਣੀ ਸਾਰੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਕਿਹਾ ਕਿ ਇਸ ਦਾ ਹੁਣ ਕੋਈ ਇਲਾਜ ਨਹੀਂ ਹੈ। ਸਾਨੂੰ ਤੁਹਾਡੀ ਇਹ ਬਾਂਹ ਤੁਹਾਡੇ ਸਰੀਰ ਦੇ ਨਾਲੋਂ ਵੱਖਰੀ ਕਰਨੀ ਪਵੇਗੀ ਕਿਉਂਕਿ ਇਸ ਦਾ ਜ਼ਹਿਰ ਤੁਹਾਡੇ ਬਾਕੀ ਸਰੀਰ ਦੇ ਵਿੱਚ ਵੀ ਫੈਲ ਸਕਦਾ ਹੈ। ਸੋ ਇਸ ਨੂੰ ਰੋਕਣ ਦਾ ਇੱਕੋ ਇੱਕ ਹੱਲ ਹੈ ਕਿ ਬਾਂਹ ਨੂੰ ਸਰੀਰ ਦੇ ਨਾਲੋਂ ਵੱਖ ਕਰ ਦਿੱਤਾ ਜਾਵੇ। ਇਹ ਸੁਣ ਕੇ ਮੈਂ ਇੱਕਦਮ ਘਬਰਾ ਗਿਆ ਕਿ ਅਜਿਹਾ ਕੀ ਹੋ ਗਿਆ। ਕੁਝ ਕੁ ਦਿਨਾਂ ਦੇ ਵਿੱਚ ਹੀ ਮੇਰੀ ਬਾਂਹ ਕੱਟਣੀ ਪਵੇਗੀ। ਸੋ ਮੈਂ ਆਪਣੇ ਘਰ ਵਾਪਸ ਆ ਗਿਆ। ਮੈਂ ਆਪਣੇ ਪਰਿਵਾਰ ਦੇ ਨਾਲ ਸਾਰੀ ਗੱਲ ਦੱਸੀ ਤੇ ਪਰਿਵਾਰ ਵੀ ਪਰੇਸ਼ਾਨੀ ਦੇ ਵਿੱਚ ਆ ਚੁੱਕਿਆ ਸੀ, ਪਰ ਕੀਤਾ ਕੁਝ ਵੀ ਨਹੀਂ ਜਾ ਸਕਦਾ ਸੀ। ਪਰਿਵਾਰ ਦੇ ਨਾਲ ਸਲਾਹ ਕੀਤੀ ਕਿ ਕਿਵੇਂ ਕੀਤਾ ਜਾਵੇ। ਡਾਕਟਰ ਬਾਂਹ ਕੱਟਣ ਵਾਸਤੇ ਕਹਿ ਰਿਹਾ ਹੈ। ਬਾਂਹ ਕੱਟੀ ਗਈ ਤਾਂ ਨੌਕਰੀ ਵੀ ਚਲੇ ਜਾਵੇਗੀ, ਪਰ ਬਾਂਹ ਕੱਟਣਾ ਬਹੁਤ ਜ਼ਰੂਰੀ ਸੀ। ਪਰਿਵਾਰ ਨੇ ਬਾਂਹ ਕਟਵਾਉਣ ਦਾ ਫੈਸਲਾ ਸਹੀ ਦੱਸਿਆ। ਸੋ ਬਾਂਹ ਦਾ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਮੈਂ ਆਪਣੀ ਕੰਪਨੀ ਦੇ ਵਿੱਚ ਜਾਣਾ ਚਾਹੁੰਦਾ ਸੀ ਤਾਂ ਜੋ ਸਾਰੇ ਹਿਸਾਬ ਕੰਪਨੀ ਤੋਂ ਲੈ ਆਵਾਂ, ਕਿਉਂਕਿ ਉੱਥੇ ਕੱਟੀ ਬਾਂਹ ਦੇ ਨਾਲ ਕੰਮ ਨਹੀਂ ਕੀਤਾ ਜਾ ਸਕਦਾ ਸੀ। ਸੋ ਮੈਂ ਓਮਾਨ ਆਪਣੀ ਕੰਪਨੀ ਦੇ ਵਿੱਚ ਪਹੁੰਚਿਆ, ਆਪਣੀ ਸਾਰੀ ਹਾਲਤ ਕੰਪਨੀ ਦੇ ਅਧਿਕਾਰੀਆਂ ਨੂੰ ਦੱਸੀ। ਕੰਪਨੀ ਵਾਲਿਆਂ ਨੇ ਸਾਰੀ ਗੱਲ ਸੁਣੀ ਤੇ ਕਿਹਾ ਕਿ ਜਿਸ ਅਫਸਰ ਦੇ ਸਾਈਨ ਦੇ ਨਾਲ ਤੁਹਾਨੂੰ ਤੁਹਾਡਾ ਹਿਸਾਬ ਮਿਲੇਗਾ, ਉਹ ਅਫਸਰ ਹਾਲੇ ਛੁੱਟੀਆਂ ਦੇ ਉੱਤੇ ਗਿਆ ਹੋਇਆ ਹੈ। ਉਸ ਦੇ ਸਾਈਨ ਤੋਂ ਬਿਨਾਂ ਹਿਸਾਬ ਨਹੀਂ ਦੇ ਸਕਦੇ। ਤੁਸੀਂ ਕੁਝ ਦਿਨ ਉਡੀਕ ਕਰ ਲਵੋ, ਉਹ ਅਫਸਰ ਆ ਜਾਵੇਗਾ ਤਾਂ ਤੁਹਾਡਾ ਹਿਸਾਬ ਕਰ ਦੇਵਾਂਗੇ। ਕੰਪਨੀ ਦੇ ਵਿੱਚ ਹੀ ਉਹਨਾਂ ਨੇ ਮੈਨੂੰ ਰੁਕਣ ਵਾਸਤੇ ਇੱਕ ਰੂਮ ਦਿੱਤਾ। ਮੈਂ ਸਾਰਾ ਦਿਨ ਉਸੇ ਕਮਰੇ ਦੇ ਵਿੱਚ ਰਹਿੰਦਾ, ਰੋਟੀ ਪਾਣੀ ਅੰਦਰ ਹੀ ਆ ਜਾਂਦਾ। ਸਾਰਾ ਦਿਨ ਮੈਂ ਆਪਣੀ ਬਾਂਹ ਦੇ ਵੱਲ ਹੀ ਦੇਖਦਾ ਰਹਿੰਦਾ ਤੇ ਸੋਚਾਂ ਦੇ ਵਿੱਚ ਰਹਿੰਦਾ ਕਿ ਅੱਗੇ ਕੀ ਹੋਵੇਗਾ। ਸਾਰਾ ਦਿਨ ਹੀ ਉਸ ਕਮਰੇ ਦੇ ਵਿੱਚ ਘੁੰਮਦਾ ਤੇ ਸੋਚਦਾ ਰਹਿੰਦਾ। ਇੱਕ ਦਿਨ ਮੇਰੀ ਖਬਰਸਾਰ ਲੈਣ ਵਾਸਤੇ ਮੇਰਾ ਇੱਕ ਪੁਰਾਣਾ ਗੁਰਸਿੱਖ ਦੋਸਤ ਆਇਆ। ਕਮਰੇ ਦੇ ਵਿੱਚ ਆ ਕੇ ਉਸਨੇ ਮੇਰੀ ਹਾਲਤ ਦੇਖੀ ਤਾਂ ਉਸਨੇ ਮੇਰਾ ਹਾਲ ਚਾਲ ਪੁੱਛਿਆ, ਪਰ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਉਸਨੇ ਕਿਹਾ ਕਿ ਪਰਮਾਤਮਾ ਜੋ ਵੀ ਕਰਦਾ ਹੈ ਉਸ ਦੇ ਪਿੱਛੇ ਕੋਈ ਨਾ ਕੋਈ ਭੇਦ ਜ਼ਰੂਰ ਹੁੰਦਾ ਹੈ। ਤੁਸੀਂ ਮਨ ਛੋਟਾ ਨਾ ਕਰੋ, ਪਰਮਾਤਮਾ ਸਹਾਈ ਹੋਣਗੇ। ਹੋ ਸਕਦਾ ਹੈ ਕਿ ਤੁਹਾਨੂੰ ਇੱਥੇ ਪਰਮਾਤਮਾ ਨੇ ਕੋਈ ਅਧੂਰਾ ਕੰਮ ਪੂਰਾ ਕਰਨ ਵਾਸਤੇ ਭੇਜਿਆ ਹੋਵੇ। ਮੈਂ ਬੜਾ ਹੈਰਾਨ ਹੋਇਆ ਕਿ ਅਜਿਹਾ ਕਿਹੜਾ ਕੰਮ ਹੈ ਜੋ ਕਿ ਮੇਰੇ ਤੋਂ ਅਧੂਰਾ ਰਹਿ ਗਿਆ ਹੈ, ਜੋ ਮੈਂ ਇੱਕ ਬਾਂਹ ਦੇ ਨਾਲ ਪੂਰਾ ਕਰ ਸਕਦਾ ਹਾਂ। ਮੈਂ ਉਸ ਨੂੰ ਪੁੱਛਿਆ ਕਿ ਅਜਿਹਾ ਕਿਹੜਾ ਕੰਮ ਹੈ ਜੋ ਇੱਕ ਬਾਂਹ ਦੇ ਨਾਲ ਮੈਂ ਪੂਰਾ ਕਰ ਸਕਦਾ ਹਾਂ। ਉਸਨੇ ਜਵਾਬ ਦਿੱਤਾ ਕਿ ਜੋ ਵੀ ਕੰਮ ਹੈ ਉਹ ਸਿਰਫ ਤੁਸੀਂ ਹੀ ਕਰ ਸਕਦੇ ਹੋ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਜੇਕਰ ਮੇਰੇ ਕਰਨ ਵਾਲਾ ਕੰਮ ਹੁੰਦਾ ਤਾਂ ਮੈਂ ਜ਼ਰੂਰ ਕਰਾਂਗਾ, ਤਾਂ ਜੇਕਰ ਮੇਰੇ ਕੋਲੋਂ ਨਹੀਂ ਹੋਇਆ ਤਾਂ ਮੈਨੂੰ ਮਾਫ ਕਰ ਦੇਣਾ। ਮੁਸਕਰਾ ਕੇ ਮੇਰਾ ਦੋਸਤ ਮੈਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਕਿਤੇ ਲੈ ਗਿਆ। ਓਮਾਨ ਸ਼ਹਿਰ ਤੋਂ ਬਾਹਰ ਗੱਡੀ ਹਾਈਵੇ ਤੋਂ ਥੱਲੇ ਇੱਕ ਵੀਰਾਨ ਜਗ੍ਹਾ ਦੇ ਉੱਤੇ ਜਾ ਕੇ ਰੁਕੀ, ਜਿੱਥੇ ਕਾਫੀ ਕੈਬਨ ਖੰਡਰ ਰੂਪ ਦੇ ਵਿੱਚ ਪਏ ਹੋਏ ਸੀ। ਉੱਥੇ ਦਾ ਦ੍ਰਿਸ਼ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਕਾਫੀ ਸਮੇਂ ਪਹਿਲਾਂ ਇੱਥੇ ਕੋਈ ਕੰਪਨੀ ਸੀ ਜੋ ਉੱਜੜ ਚੁੱਕੀ ਹੈ। ਮੇਰੇ ਦੋਸਤ ਨੇ ਦੱਸਿਆ ਕਿ ਕਾਫੀ ਸਮੇਂ ਪਹਿਲਾਂ ਸਾਡੀ ਕੰਪਨੀ ਦਾ ਇੱਥੇ ਕੈਬਿਨ ਹੁੰਦੇ ਸੀ ਤੇ ਇੱਥੇ ਕਾਫੀ ਪੰਜਾਬੀ ਸਰਦਾਰ ਰਹਿੰਦੇ ਸੀ। ਉਹਨਾਂ ਨੇ ਇੱਥੇ ਕੈਬਿਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਛੋਟਾ ਜਿਹਾ ਗੁਰਦੁਆਰਾ ਸਾਹਿਬ ਵੀ ਬਣਾਇਆ ਹੋਇਆ ਸੀ, ਪਰ ਕੰਪਨੀ ਬੰਦ ਹੋ ਗਈ ਤੇ ਗੁਰਦੁਆਰਾ ਸਾਹਿਬ ਵੀ ਬੰਦ ਹੋ ਗਿਆ। ਹੁਣ ਜਦੋਂ ਵੀ ਮੈਂ ਇੱਥੋਂ ਲੰਘਦਾ ਹਾਂ ਤਾਂ ਇੱਧਰ ਦੇਖ ਕੇ ਮੇਰਾ ਮਨ ਬਹੁਤ ਖਰਾਬ ਹੁੰਦਾ ਹੈ ਕਿ ਆਪਾਂ ਆਪਣੇ ਗੁਰੂ ਦੇ ਨਿਸ਼ਾਨ ਦੁਬਾਰਾ ਸੰਜੀਵ ਕਰ ਸਕਦੇ ਹਾਂ। ਮੇਰੇ ਦੋਸਤ ਨੇ ਮੈਨੂੰ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਇੱਥੇ ਦੁਬਾਰਾ ਗੁਰਦੁਆਰਾ ਸਾਹਿਬ ਬਣੇ ਤਾਂ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਅੰਦਰ ਹੀ ਲਗਾ ਦਿੱਤਾ ਜਾਵੇ ਤਾਂ ਜੋ ਆਉਂਦੇ ਜਾਂਦੇ ਰਾਹਗੀਰ ਨੂੰ ਇੱਥੇ ਮਦਦ ਮਿਲ ਸਕੇ। ਮੈਂ ਝੱਟ ਹੀ ਇਸ ਗੱਲ ਵਾਸਤੇ ਮਨ ਬਣਾ ਲਿਆ। ਮੈਨੂੰ ਲੱਗਿਆ ਕਿ ਪਰਮਾਤਮਾ ਨੇ ਮੈਨੂੰ ਇਸੇ ਕੰਮ ਵਾਸਤੇ ਵਾਪਿਸ ਇੱਥੇ ਬੁਲਾਇਆ ਹੈ ਅਤੇ ਕੁਝ ਕੁ ਦਿਨਾਂ ਦੇ ਵਿੱਚ ਹੀ ਆਪਾਂ ਕੰਮ ਸ਼ੁਰੂ ਕਰ ਦਿੱਤਾ। ਇੱਕ ਕਮਰਾ ਸਾਫ਼ ਕਰਕੇ ਉੱਥੇ ਗੁਰੂ ਘਰ ਬਣਾਉਣ ਦਾ ਫੈਸਲਾ ਕੀਤਾ। ਕੁਝ ਕੁ ਸਿੰਘ ਮੈਨੂੰ ਦਿੱਤੇ ਗਏ ਤੇ ਮੈਂ ਸਫਾਈ ਕਰਵਾ ਕੇ ਰੰਗ ਕਰਵਾ ਕੇ ਸਾਰਾ ਕਮਰਾ ਸਜਾ ਦਿੱਤਾ। ਸਾਰੀ ਸੇਵਾ ਮੈਂ ਇੱਕ ਹੱਥ ਦੇ ਨਾਲ ਹੀ ਕੀਤੀ। ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ
ਸਵੇਰੇ ਸ਼ਾਮੀ ਬਾਣੀ ਚੱਲਦੀ, ਕੀਰਤਨ ਹੁੰਦਾ ਤੇ ਪਾਠ ਹੁੰਦਾ। ਹੌਲੀ-ਹੌਲੀ ਸੰਗਤ ਵੀ ਆਉਣੀ ਸ਼ੁਰੂ ਹੋ ਗਈ ਤੇ ਮੇਰਾ ਧਿਆਨ ਵੀ ਮੇਰੀ ਬਾਂਹ ਦੇ ਵੱਲੋਂ ਹਟ ਗਿਆ। ਇੱਕ ਦਿਨ ਮੈਂ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ ਕਿ ਮੇਰੀ ਬਾਂਹ ਦੇ ਵਿੱਚ ਬਹੁਤ ਤੇਜ਼ ਦਰਦ ਹੋਇਆ ਤੇ ਅੰਦਰ ਹੀ ਅੰਦਰ ਮੇਰੇ ਅਰਦਾਸ ਚੱਲਦੀ ਰਹੀ। ਪਾਠ ਦੀ ਸਮਾਪਤੀ ਤੋਂ ਬਾਅਦ ਮੈਂ ਅਰਦਾਸ ਦੇ ਵਿੱਚ ਖੜਾ ਹੋ ਗਿਆ ਕਿ ਅਚਾਨਕ ਹੀ ਅਰਦਾਸ ਚੱਲਦਿਆਂ ਮੇਰੇ ਸਰੀਰ ਦੇ ਵਿੱਚ ਅਜਿਹਾ ਪ੍ਰਤੀਤ ਹੋਇਆ ਕਿ ਜਿਵੇਂ ਮੈਨੂੰ ਕਰੰਟ ਜਿਹਾ ਲੱਗਿਆ ਹੋਵੇ ਤੇ ਉਹ ਕਰੰਟ ਮੇਰੇ ਸਾਰੇ ਸਰੀਰ ਦੇ ਵਿੱਚ ਦੌੜਿਆ ਤੇ ਫਿਰ ਮੇਰੇ ਸਰੀਰ ਦੇ ਵਿੱਚ ਅਜਿਹੀ ਹਲਚਲ ਹੋਈ ਕਿ ਜਿਵੇਂ ਮੇਰੇ ਸਾਰੇ ਸਰੀਰ ਦੇ ਵਿੱਚ ਕੋਈ ਹਲਚਲ ਹੋਈ ਹੋਵੇ। ਜਦੋਂ ਮੈਂ ਆਪਣਾ ਸਰੀਰ ਹਿਲਾਉਣ ਵਾਸਤੇ ਆਪਣੀ ਸੱਜੀ ਬਾਂਹ ਚੱਕੀ ਤੇ ਉਸ ਦੇ ਨਾਲ ਹੀ ਮੇਰੀ ਖੱਬੀ ਬਾਂਹ ਆਪਣੇ ਆਪ ਹੀ ਉੱਪਰ ਹੋ ਗਈ, ਜੋ ਕਿ ਬਿਲਕੁਲ ਬੇਜਾਨ ਪਈ ਹੋਈ ਸੀ। ਪਰ ਮੇਰਾ ਧਿਆਨ ਇਸ ਵੱਲ ਨਹੀਂ ਗਿਆ। ਪਰ ਅਚਾਨਕ ਹੀ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਮੇਰੀ ਬਾਂਹ ਕਿਵੇਂ ਹਿੱਲਣ ਲੱਗ ਪਈ। ਇਹਨਾਂ ਸੋਚਣ ਦੀ ਦੇਰ ਹੀ ਸੀ ਕਿ ਅਚਾਨਕ ਹੀ ਮੇਰੇ ਸਰੀਰ ਦੇ ਵਿੱਚ ਅਚਾਨਕ ਉਹ ਕਰੰਟ ਦੌੜਿਆ ਤੇ ਮੈਂ ਆਪਣੀ ਦੋਵਾਂ ਬਾਹਾਂ ਦੇ ਨਾਲ ਆਪਣੇ ਸਰੀਰ ਨੂੰ ਕੰਟਰੋਲ ਕੀਤਾ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰੀ ਦੋਵੇਂ ਬਾਹਾਂ ਕੰਮ ਕਰ ਰਹੀਆਂ ਸੀ। ਮੈਂ ਆਪਣੀ ਬਾਹ ਨੂੰ ਹਿਲਾ ਜਲਾ ਕੇ ਦੇਖਿਆ ਤੇ ਆਪਣੀ ਬਾਹ ਨੂੰ ਉੱਪਰ ਵੀ ਕਰਕੇ ਦੇਖਿਆ। ਜਦੋਂ ਮੇਰੀ ਬਾਹ ਚੱਲਣ ਲੱਗੀ, ਜਦੋਂ ਮੈਂ ਦੇਖਿਆ ਕਿ ਮੇਰੀ ਦੋਵੇਂ ਬਾਹਾਂ ਕੰਮ ਕਰ ਰਹੀਆਂ ਨੇ, ਤਾਂ ਮੈਂ ਜੋਸ਼ ਦੇ ਵਿੱਚ ਆ ਕੇ ਦੋਵੇਂ ਬਾਹਾਂ ਉੱਪਰ ਚੱਕ ਕੇ ਜਕਾਰੇ ਮਾਰਨ ਲੱਗਿਆ ਤੇ ਜ਼ੋਰ-ਜ਼ੋਰ ਦੇ ਨਾਲ ਬਾਹਾਂ ਉੱਪਰ ਨੂੰ ਮਾਰਨ ਲੱਗਿਆ। ਸਾਰੀ ਸੰਗਤ ਹੈਰਾਨ ਸੀ ਕਿ ਮੇਰੀ ਬਾਹ ਕਿਵੇਂ ਠੀਕ ਹੋ ਗਈ, ਜੋ ਹਿਲਦੀ ਤੱਕ ਵੀ ਨਹੀਂ ਸੀ। ਤੇ ਇਹ ਦੇਖ ਕੇ ਉਹ ਵੀ ਖੁਸ਼ ਹੋਇਆ ਤੇ ਕਹਿਣ ਲੱਗਿਆ ਕਿ ਤੁਹਾਡਾ ਅਧੂਰਾ ਕੰਮ ਪੂਰਾ ਹੋ ਗਿਆ। ਫਿਰ ਇਹ ਚਮਤਕਾਰੀ ਗੱਲ ਸਾਰੇ ਪਾਸੇ, ਸਾਰੇ ਕੈਂਪ ਦੇ ਵਿੱਚ ਫੈਲ ਗਈ ਕਿ ਸਰਦਾਰ ਜੀ ਦੀ ਬਾਂਹ ਚਮਤਕਾਰੀ ਰੂਪ ਦੇ ਨਾਲ ਠੀਕ ਹੋ ਗਈ। ਜਿਸ ਤੋਂ ਬਾਅਦ ਕੰਪਨੀ ਦਾ ਗੋਰਾ ਅਧਿਕਾਰੀ ਵੀ ਆ ਗਿਆ। ਉਸ ਨੂੰ ਵੀ ਇਸ ਗੱਲ ਬਾਰੇ ਪਤਾ ਲੱਗਿਆ ਤੇ ਉਹ ਕਹਿਣ ਲੱਗਿਆ ਕਿ ਤੁਸੀਂ ਇਸ ਕੰਪਨੀ ਦੇ ਵਿੱਚ ਕੰਮ ਦੁਬਾਰਾ ਕਰ ਸਕਦੇ ਹੋ। ਪਰ ਮੈਂ ਉਹਨਾਂ ਨੂੰ ਮਨਾ ਕਰ ਦਿੱਤਾ। ਮੈਂ ਕਿਹਾ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੀ ਬਾਂਹ ਠੀਕ ਹੋਈ ਹੈ ਤੇ ਹੁਣ ਇਹ ਬਾਂਹ ਉਸ ਪਰਮਾਤਮਾ ਦੀ ਸੇਵਾ ਦੇ ਵਿੱਚ ਹੀ ਰਹੇਗੀ। ਮੈਂ ਹੋਰ ਕੋਈ ਕੰਮ ਨਹੀਂ ਕਰਾਂਗਾ। ਇਹ ਸਭ ਕੁਝ ਦੇਖ ਕੇ ਉਹ ਅਧਿਕਾਰੀ ਵੀ ਮੰਨ ਗਿਆ ਕਿ ਸਿੱਖਾਂ ਦੀ ਅਰਦਾਸ ਦੇ ਵਿੱਚ ਸ਼ਕਤੀ ਹੁੰਦੀ ਹੈ ਤੇ ਫਿਰ ਮੈਂ ਵਾਪਸ ਭਾਰਤ ਆ ਗਿਆ। ਪਰਿਵਾਰ ਦੇ ਵਿੱਚ ਖੁਸ਼ ਹਾਂ ਤੇ ਡਾਕਟਰਾਂ ਦੇ ਕੋਲ ਵੀ ਕੋਈ ਜਵਾਬ ਨਹੀਂ ਹੈ ਮੇਰੀ ਬਾਂਹ ਨੂੰ ਠੀਕ ਹੋਇਆ ਦੇਖ ਕੇ। ਉਹ ਵੀ ਇਸ ਗੱਲ ਉੱਤੇ ਵਿਸ਼ਵਾਸ ਨਹੀਂ ਕਰ ਰਹੇ, ਪਰ ਜੋ ਵੀ ਹੈ ਉਹ ਦੁਨੀਆ ਦੇ ਸਾਹਮਣੇ ਸੀ। ਉਹਨਾਂ ਡਾਕਟਰਾਂ ਨੂੰ ਲੱਗਿਆ ਕਿ ਮੈਂ ਓਮਾਨ ਦੇ ਵਿੱਚ ਕੋਈ ਇਲਾਜ ਕਰਵਾ ਕੇ ਆਇਆ ਹਾਂ, ਪਰ ਮੈਨੂੰ ਪਤਾ ਹੈ ਕਿ ਮੇਰਾ ਇਲਾਜ ਕਿਸ ਨੇ ਕੀਤਾ ਹੈ ਤੇ ਕਿੰਜ ਕੀਤਾ ਹੈ।